ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ। ਮੈਂ ਵੀਰ ਜੀ ਦਾ ਬਹੁਤ ਧੰਨਵਾਦੀ ਹਾਂ ਕਿ ਬਹੁਤ ਦਿਨ ਤੋਂ ਇੱਛਾ ਸੀ ਕਿ ਇਹਨਾਂ ਨਾਲ ਥੋੜੀ ਬਹੁਤ ਗੱਲਬਾਤ ਕੀਤੀ ਜਾਏ। ਵੀਰ ਜੀ, ਇੱਕ ਕੁਐਸਚਨ ਦਾ ਮੇਰਾ ਜਵਾਬ ਮੈਨੂੰ ਮਿਲ ਚੁੱਕਾ ਕਿ ਕਾਮ ਕੀ ਚੀਜ਼ ਹੈ। ਅੱਛਾ, ਠੀਕ ਹੈ। ਹੁਣ ਦੱਸੋ ਕਿ ਤੁਸੀਂ 5 ਚੀਜ਼ਾਂ 6 ਦਾ ਨਾਂ ਲਿਆ ਹੈ। ਇਹਨਾਂ 'ਚ ਇੱਕ ਕ੍ਰੋਧ ਹੈ, ਇੱਕ ਲੋਭ ਹੈ, ਇੱਕ ਮੋਹ ਹੈ, ਹੰਕਾਰ ਹੈ, ਈਰਖਾ ਹੈ। ਇਹਨਾਂ ਸਾਰੀਆਂ ਚੀਜ਼ਾਂ ਨੂੰ ਥੋੜਾ ਐਕਸਪਲੇਨ ਕਰੋ ਜਿਸ ਹਿਸਾਬ ਨਾਲ ਟਾਈਟ ਟਾਈਮ ਹੈ, ਕੁਐਸਚਨ ਬੜਾ ਡਿਟੇਲ ਮੰਗਦਾ ਹੈ। ਤੁਸੀਂ ਇਨ ਪ੍ਰੀਸਾਈਜ਼ ਹੁਣ ਤੁਸੀਂ ਕਾਮ ਦੇ ਉੱਤੇ ਮੇਰੇ ਖਿਆਲ ਹੈ ਕਿ ਜ਼ਿਆਦਾ ਤੋਂ ਜ਼ਿਆਦਾ 40 ਸੈਕਿੰਡ ਲਗਾਏ ਹੋਣਗੇ। ਅੱਛਾ ਜੀ। ਇਸ ਤਰ੍ਹਾਂ ਕਰਕੇ ਤੁਸੀਂ ਜਿਹੜਾ ਨਾ ਸਾਰੀਆਂ ਚੀਜ਼ਾਂ ਐਕਸਪਲੇਨ ਕਰੋ, ਕਿਉਂਕਿ ਕਈ ਚੀਜ਼ਾਂ ਜਿਹੜੀਆਂ ਨਾ ਕਨਫਿਊਜ਼ ਕਰਦੀਆਂ ਨੇ ਬੰਦੇ ਨੂੰ। ਜਿਤਨੀ ਇੱਛਾਵਾਂ ਪ੍ਰਗਟ ਕਰਾਂਗੇ ਨਾ ਅਸੀਂ ਦੁਨਿਆਵੀ ਪਦਾਰਥ ਦੀ ਔਰ ਵਰਲਡਲੀ ਸਕਸੈਸ ਦੀ, ਹਾਂ, ਉਤਨਾ ਅਸੀਂ ਤ੍ਰਿਸ਼ਨਾਲੂ ਹੁੰਦੇ ਜਾਵਾਂਗੇ। ਠੀਕ ਹੈ। ਇਸ ਕੰਮ ਤੋਂ ਛੁੱਟਣਾ, ਰਾਈਟ। ਅੱਛਾ। ਪਰ ਮੰਗ ਤੇ ਅੰਦਰ ਹੈ ਨਾ, ਤਾਂ ਉਹ ਇੱਛਾ, ਸਾਰੀਆਂ ਇੱਛਾਵਾਂ ਦਾ ਸੋਰਸ ਹੈ ਮਨ। ਮਨ ਫੁਰਨਿਆਂ ਦਾ ਕਾਰਨ ਆ। ਇਸ ਦੀ ਇੱਛਾ ਪੂਰੀ ਕਿਵੇਂ ਹੋਏਗੀ? ਇਹਨੂੰ ਸੰਤੋਖੀ ਬਣਾ ਲਈ ਹੈ ਨਾ। ਤਾਂ ਇਹ ਜਿਹੜੀ ਕਾਮਨਾ ਹੈ, ਸੰਤੋਖੀ ਬਣ ਕੇ ਕੀ ਕਹੇਗਾ? ਦੇ ਨਾਮ ਸੰਤੋਖੀਆ, ਮਨੂੰ ਸੁਮਤ ਬਖਸ਼ੋ ਕਿ ਮੈਂ ਕੰਟੈਂਟਿਡ ਹੋ ਜਾਵਾਂ, ਉਤਰੇ ਮਨ ਕੀ ਭੁੱਖ। ਇਹਦੇ ਨਾਲ ਕਾਮ ਸਾਡਾ ਕਾਬੂ ਆ ਜਾਂਦਾ, ਮੰਗਾਂ ਨਹੀਂ ਰਹਿੰਦੀਆਂ। ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਾਸੈ ਕਾਮ ਤੇ ਨਾ, ਸੋ ਐਸਾ ਅਰਥ ਆਈ ਹੈ ਮੇਰੇ ਜੀੜੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ। ਠੀਕ ਹੈ। ਕ੍ਰੋਧ ਸਾਡੇ ਅੰਦਰ ਬਿਲਟ ਇਨ ਹੈ, ਲੇਕਿਨ ਕ੍ਰੋਧ ਆਪਣੇ ਅੰਦਰ ਇਸ ਗੱਲ ਦਾ ਕਰਨਾ ਚਾਹੀਦਾ ਹੈ ਕਿ ਮੈਂ ਵੇਲੇ ਸਿਰ ਥਿੜਕ ਕਿਉਂ ਜਾਂਦਾ। ਮੈਨੂੰ ਜਦੋਂ ਇਮਤਿਹਾਨ ਪੈਂਦਾ ਹੈ, ਜਦੋਂ ਔਖੀ ਘੜੀ ਜੰਮ ਸਤਾਉਂਦਾ ਹੈ, ਤਾਂ ਮੈਂ ਥਿੜਕ ਕਿਉਂ ਜਾਂਦਾ। ਤਾਂ ਅਸੀਂ ਇਹਦਾ ਇੱਕ ਐਗਜ਼ਾਮਪਲ ਬਣਾਇਆ ਸੀ ਕਿ ਅੱਜ ਮੇਰੀ ਬੱਚੀ ਅਮਰੀਕਾ 25 ਸਾਲ ਦੀ ਹੈ, ਉਹ ਅਮਰੀਕਨ ਬੌਰਨ ਬ੍ਰੌਟ ਅਪ ਹੈ, ਤਾਂ ਮੈਂ ਉਹਨੂੰ ਇੰਡੀਆ ਰੇਜ਼ ਕਰਨਾ ਚਾਹੁੰਦਾ ਸੀ। ਜਦੋਂ 6 ਸਾਲ ਦੀ ਸੀ ਮੈਂ ਇੰਡੀਆ ਲੈ ਕੇ ਆਇਆ। ਉਹ ਸਕੂਲ ਦੇ 3 ਹਫ਼ਤਿਆਂ ਬਾਅਦ ਹੀ ਕਹਿੰਦੀ ਹੈ ਪਾਪਾ ਮੈਂ ਇੱਥੇ ਨਹੀਂ ਪੜ੍ਹਨਾ। ਮੈਂ ਉਹਨੂੰ ਪੁੱਛਿਆ ਬੱਚੇ ਕਿਉਂ? ਕਹਿੰਦੀ ਹੈ ਗਲਤੀ ਇੱਕ ਬੱਚਾ ਕਰਦਾ ਹੈ, ਮੈਮ ਅੰਦਰ ਆਉਂਦੀ ਹੈ ਔਰ ਆ ਕੇ ਸਾਰੇ ਬੱਚਿਆਂ ਨੂੰ ਪਨਿਸ਼ ਕਰਦੀ ਹੈ। ਆਈ ਡੋਂਟ ਲਾਈਕ ਦਿਸ। ਅੱਛਾ, ਮੈਂ ਉਹਨੂੰ ਕਿਹਾ ਕੋਈ ਗੱਲ ਨਹੀਂ, ਤੇਰੀ ਮੈਮ ਦੇ ਨਾਲ ਗੱਲ ਕਰਾਂਗੇ। ਸ਼ੀ ਵਾਜ਼ ਐਡਮਿਟਿਡ ਇਨ ਸੇਂਟ ਥੋਮਸ ਸਕੂਲ। ਥੋੜ੍ਹੇ ਦਿਨਾਂ ਬਾਅਦ ਕਹਿੰਦੀ ਹੈ ਮੈਂ ਇੰਡੀਆ ਨਹੀਂ ਰਹਿਣਾ। ਮੈਂ ਉਹਨੂੰ ਪੁੱਛਿਆ ਬੱਚੇ ਕਿਉਂ? ਕਹਿੰਦੀ ਹੈ ਉਹ ਗਲੀ ਵਿੱਚ ਨਾ ਸਾਰੇ ਬੱਚੇ ਖੇਡਦੇ ਨੇ, ਤਾਂ ਇੱਕ ਬੱਚਾ ਸਾਈਕਲ ਚਲਾ ਕੇ ਆਉਂਦਾ, ਉਹ ਸਾਰਿਆਂ ਦੇ ਪੈਰ ਉੱਤੇ ਸਾਈਕਲ ਚੜ੍ਹਾ ਦਿੰਦਾ। ਤਾਂ ਉਹਨੇ ਇੱਕ ਵਰਡ ਯੂਜ਼ ਕੀਤਾ ਸੀ, ਪਾਪਾ ਉਹਨੂੰ ਪਤਾ ਨਹੀਂ ਕੀ ਝੱਲ ਪੈ ਜਾਂਦਾ। ਮੈਂ ਉਹਦਾ ਇਹ ਵਰਡ ਪਕੜ ਲਿਆ, ਰਾਈਟ, ਆਪਣੇ ਸਿੱਖਣ ਵਾਸਤੇ। ਉਹਨੂੰ ਝੱਲ ਪਹਿਲਾਂ ਪੈਂਦਾ, ਫਿਰ ਉਹ ਸਾਈਕਲ ਦੂਸਰਿਆਂ ਦੇ ਪੈਰ 'ਤੇ ਚੜ੍ਹਾਉਂਦਾ। ਕਰੈਕਟ। ਇੰਝ ਜਦੋਂ ਮੇਰੇ ਘਰ ਵਿੱਚ ਔਰ ਮੇਰੇ ਆਫਿਸ ਵਿੱਚ ਔਰ ਮੇਰੇ ਸਮਾਜ ਵਿੱਚ, ਮੇਰੀ ਬਰਾਦਰੀ 'ਚ, ਮੇਰੇ ਪੜੋਸੀ ਤੋਂ ਲੈ ਕੇ ਨੌਕਰ ਚਾਕਰ ਤੋਂ ਲੈ ਕੇ ਚਾਰੋਂ ਪਾਸੇ ਜੋ ਕੋਈ ਵੀ ਮਨੁੱਖ ਨੇ ਨਾ, ਇਹ ਕੁਛ ਵੀ ਗਲਤ ਕਰਦੇ ਨੇ ਨਾ, ਤਾਂ ਮੈਨੂੰ ਪੈ ਜਾਂਦਾ ਝੱਲ, ਹੈ ਨਾ। ਔਰ ਮੈਂ ਕ੍ਰੋਧੀ ਹੋ ਜਾਂਦਾ, ਮੇਰੀਆਂ ਅੱਖਾਂ ਚੜ੍ਹ ਜਾਂਦੀਆਂ ਨੇ, ਮੇਰੀ ਜ਼ੁਬਾਨ ਥਿੜਕ ਜਾਂਦੀ ਹੈ, ਮੈਂ ਕੁਰਸੀ ਤੋਂ ਇਸ ਤਰ੍ਹਾਂ ਉੱਠਦਾ ਵਾਂ, ਹੈ ਨਾ, ਮੈਨੂੰ ਝੱਲ ਪੈ ਜਾਂਦਾ। ਤਾਂ ਉਹ ਮੇਰੀ ਬੱਚੀ ਨੇ ਨਾ ਮੈਨੂੰ ਇਹ ਲਫ਼ਜ਼ ਦੇ ਦਿੱਤਾ ਝੱਲ। ਸੋ ਆਪਣਾ ਝੱਲ ਦੇਖ ਪਾਉਣਾ ਕਿ ਮੈਨੂੰ ਝੱਲ ਪੈਣ ਵਾਲਾ ਹੈ ਨਾ। ਪਤਨੀ ਨੂੰ ਤਾਂ ਪਤਾ ਹੈ ਕਿ ਅੱਜ ਅੰਦਰ ਫੁਲਕਾ ਗਿਆ ਔਰ ਇਹ ਸੜਿਆ ਹੋਇਆ ਸਰਦਾਰ ਜੀ ਨੂੰ ਝੱਲ ਪੈਣ ਵਾਲਾ ਹੈ, ਉਹਨੂੰ ਤਾਂ ਪਤਾ ਲੱਗ ਜਾਂਦਾ। ਕਰੈਕਟ। ਲੇਕਿਨ ਸ਼ਾਹ ਜੀ ਨੂੰ ਆਪ ਸਮਝ ਨਹੀਂ ਆਉਂਦੀ ਕਿ ਮੈਨੂੰ ਝੱਲ ਪੈ ਜਾਣ ਲੱਗਾ ਹੈ ਨਾ। ਇੰਜ ਫੁਲਕੇ ਸੜੇ ਤੋਂ ਲੈ ਕੇ ਕੱਪੜੇ ਨਹੀਂ ਧੋਤੇ, ਪ੍ਰੈਸ नहीं कीते, बटन नहीं लगाया, नौकर ने कार साफ नहीं की, ये नौकरानी ने क्या कर दिया, ऐ तू की कीता, तेरे पेकिया ने ऐ की कर दिता। ऐ सारे जितने झल पैंदे ने ना, किसी ने मेरी मर्जी मुताबक क्यों नहीं कुछ किया। ਇਹ ਝੱਲ ਨੂੰ ਪਹਿਲਾਂ ਦੇਖ ਲੈਣਾ ਬੜੇ ਵੱਡੇ ਕ੍ਰੋਧੀ ਦਾ ਕੰਮ ਹੈ। क्रोध तो कीमती चीज़ है, पर ब्रेवनेस है हाउ टू कॉन्कर इट, हाउ टू होल्ड इट। मनु झल पैण वाला और मैं नहीं झल पैन देना, मैं अपनी बॉडी बैलेंस को खराब नहीं होने देना।
ਇੰਨਾ ਕ੍ਰੋਧ ਆਉਣਾ ਚਾਹੀਦਾ ਹੈ। ਕ੍ਰੋਧ ਆਉਣਾ ਚਾਹੀਦਾ ਹੈ। ਇਸ ਸਮਾਜ ਦੇ ਅੰਦਰ ਇਸਤਰੀਆਂ ਨੂੰ ਕਿਉਂ ਸਤਾਉਂਦੇ ਨੇ ਇੰਝ? ਮੈਂ ਆਪਣੇ ਸਾਰੇ ਜ਼ਿੰਦਗੀ ਦੇ ਜੀਵਨ ਚੋਂ ਸੈਕਰੀਫਾਈਸ ਕਰਕੇ ਮੈਂ ਉੱਠ ਕੇ ਸਮਾਜ ਦੇ ਅੰਦਰ ਇਸ ਸੱਚ ਦੀ ਗੱਲ ਕਰਨੀ ਹੈ, ਜ਼ੁਲਮ ਦੇ ਖਿਲਾਫ ਆਵਾਜ਼ ਉਠਾਣੀ ਹੈ ਕਿ ਔਰਤ ਨੂੰ ਬਰਾਬਰਤਾ ਦਿਓ, ਔਰਤ ਨੂੰ ਦਾਜ ਦੇ ਨਾਂ ਹੇਠਾਂ ਨਾ ਤੰਗ ਕਰੋ। ਘਰ ਵਿਚਾਰੀਆਂ ਬੁੱਢੀਆਂ ਬੈਠੀਆਂ ਜਿਨ੍ਹਾਂ ਨੇ ਸਾਰੀ ਉਮਰ ਆਪਣਾ ਖੂਨ ਪਸੀਨਾ ਲਗਾ ਲਗਾ ਕੇ, ਕਿਤਨੀਆਂ ਬੀਬੀਆਂ ਮੇਰੇ ਨਾਲ ਡਿਸਕਸ ਕਰਦੀਆਂ, ਮੈਂ ਪੈਦਲ ਜਾਂਦੀ ਸੀ, ਪੜ੍ਹਾਈ ਕਰਦੀ ਸੀ, ਫਿਰ ਮੈਂ ਪੈਦਲ ਜਾਂਦੀ ਸੀ, ਨੌਕਰੀ ਕਰਦੀ ਸੀ, ਮੈਂ ਔਰ ਮੇਰੇ ਪਤੀ ਨੇ ਪੈਨਸ਼ਨ ਦਾ ਧੇਲਾ ਇਕੱਠਾ ਕਰਕੇ ਮਕਾਨ ਬਣਾਇਆ, ਅੱਜ ਨੂੰਹ ਆ ਗਈ ਹੈ ਔਰ ਸਾਨੂੰ ਬੁੱਢੀ ਨੂੰ ਘਰੋਂ ਬਾਹਰ ਕੱਢਦੀ ਪਈ ਹੈ। ਇਹ ਕਿਤਨੇ ਲੋਕਾਂ ਕੋਲੋਂ ਸੁਣਨ ਨੂੰ ਮਿਲਦਾ ਹੈ। ਤਾਂ ਬਸ ਇਸ ਗੱਲ ਦਾ ਕ੍ਰੋਧ ਆਉਣਾ ਚਾਹੀਦਾ ਕਿ ਕਿਉਂ ਨੂੰਹਾਂ ਸੱਸਾਂ ਨੂੰ ਤੰਗ ਕਰਦੀਆਂ ਨੇ। ਇਸ ਗੱਲ ਦਾ ਕ੍ਰੋਧ ਆਉਣਾ ਚਾਹੀਦਾ ਕਿਉਂ ਕਈ ਜਗ੍ਹਾ ਸੱਸਾਂ ਨੇ ਨੂੰਹਾਂ ਨੂੰ ਦਬਾਇਆ ਹੋਇਆ। ਇਹ ਤਾਂ ਪ੍ਰੋਗਰੈਸਿਵ ਹੋ ਗਿਆ ਨਾ ਜੀ। ਹਾਂਜੀ, ਇਹ ਤਾਂ ਪ੍ਰੋਗਰੈਸਿਵ ਬਣ ਗਿਆ ਨਾ। ਹਾਂ, ਹੁਣ ਇਹ ਕ੍ਰੋਧ ਆਇਆ ਨਾ, ਇਹ ਕ੍ਰੋਧ ਆਇਆ ਤਾਂ ਪ੍ਰੋਗਰੈਸਿਵ। ਇਹਦੇ ਨਾਲ ਕਿਸੇ ਨਾਲ ਲੜਨਾ ਨਹੀਂ ਹੈ। ਇਸ ਕ੍ਰੋਧ ਨੂੰ ਟਰਾਂਸਫਾਰਮ ਕਰਨਾ ਹੈ ਔਰ ਸਮਾਜ ਦੇ ਅੰਦਰ ਇਹਦੇ ਬਾਰੇ ਗੱਲ ਕਰਨੀ ਹੈ, ਸਮਾਜ ਨੂੰ ਜਾਗਰਿਤ ਕਰਨਾ ਹੈ। ਜਾਗਰਤ ਉੱਚਾ ਬੋਲ ਕੇ, ਗਾਲਾਂ ਕੱਢ ਕੇ, ਲੜਾਈ ਕਰਕੇ, ਟੇਬਲ ਤੇ ਮੁੱਕਾ ਮਾਰ ਕੇ ਨਹੀਂ ਕਰਨਾ ਹੈ। ਪ੍ਰੋਸੈਸ਼ਨਸ ਕਰਕੇ, ਮੁਰਦਾਬਾਦ ਕਰਕੇ, ਕਿਸੇ ਵੀ ਪੋਲੀਟੀਸ਼ੀਅਨ ਦੇ ਅਗੇਂਸਟ ਬੋਲ ਕੇ ਨਹੀਂ ਕਰਨਾ ਹੈ। ਸਿਰਫ ਲੋਕਾਂ ਦੀ ਰੂਹ ਨੂੰ ਜਗਾਉਣਾ ਹੈ ਪਿਆਰ ਦੇ ਨਾਲ। ਇਹ ਕ੍ਰੋਧ ਦਾ ਕੰਮ ਹੈ, ਠੀਕ ਹੈ। ਇਸ ਤਰ੍ਹਾਂ ਹੀ ਲੋਭ ਹੈ ਨਾ। ਲੋਭ ਵਿੱਚ ਠੀਕ ਹੈ ਕਿ ਮੈਨੂੰ ਉਹ ਗਰੀਡ ਹੋਣਾ ਚਾਹੀਦਾ, ਪਰ ਗਰੀਡ ਮੈਨੂੰ ਡੇ ਬਾਈ ਡੇ ਵੱਧ ਤੋਂ ਵੱਧ ਸਪਿਰਿਚੁਅਲਿਟੀ ਦਾ ਹੋਣਾ ਚਾਹੀਦਾ। ਮੈਂ ਚੰਗੇ ਗੁਣ ਸਿੱਖਾਂ ਔਰ ਪਰਾਇਆ ਹੱਕ ਨਾ ਮਾਰਾਂ। ਮੋਹ ਦੀ ਕੱਲ੍ਹ ਮੈਂ ਕਾਲਜ ਵੀ ਡਿਸਕਸ ਕੀਤਾ ਸੀ। ਜਿਸ ਮਾਂ ਨੂੰ ਆਪਣੇ ਬੱਚੇ ਨਾਲ ਮੋਹ ਨਹੀਂ ਹੋਏਗਾ ਉਹ ਬੱਚਾ ਪਾਲੇਗੀ ਨਹੀਂ, ਠੀਕ ਹੈ ਨਾ। ਪਰ ਉਹਨੂੰ ਪੜੋਸੀ ਦਾ ਬੱਚਾ ਚੰਗਾ ਨਹੀਂ ਲੱਗਦਾ, ਝੁੱਗੀ ਝੋਪੜੀ ਵਾਲੇ ਦਾ ਬੱਚਾ ਚੰਗਾ ਨਹੀਂ ਲੱਗਦਾ। ਨੌਕਰਾਣੀ ਬੱਚਾ ਚੁੱਕ ਕੇ ਲਿਆਂਦੀ ਹੈ ਤਾਂ ਨੌਕਰਾਣੀ ਦੇ ਬੱਚੇ ਦੇ ਤਨ 'ਤੇ ਪੂਰੇ ਕੱਪੜੇ ਵੀ ਨਹੀਂ ਨੇ। ਆਪਣੇ ਬੱਚੇ ਨੂੰ ਅਸੀਂ ਰਜਾਈ ਅੰਦਰ ਬਿਠਾ ਕੇ ਰੱਖਦੇ ਹਾਂ ਔਰ ਨੌਕਰਾਣੀ ਨੂੰ ਕਹਿ ਰਹੇ ਹਾਂ ਹਰ ਵੇਲੇ ਇਹਨੂੰ ਕਿਉਂ ਚੁੱਕੀ ਰੱਖਦੀਆਂ, ਇਹਨੂੰ ਫਲੋਰ 'ਤੇ ਬਿਠਾ ਦੇ ਇੰਨੀ ਠੰਡ 'ਤੇ। ਮੇਰੇ ਕਾਕੇ ਨੂੰ ਤੁਸੀਂ ਦੁੱਧ ਛੁਆਰੇ ਗਰਮ ਕਰਕੇ ਪਿਲਾਓ। ਇਹ ਮੋਹ ਅੰਨਾ ਮੋਹ ਹੈ, ਡਿਸਕ੍ਰਿਮੀਨੇਸ਼ਨ ਹੈ। ਜਿਸ ਤਰ੍ਹਾਂ ਆਪਣੇ ਬੱਚੇ ਨੂੰ ਤੱਕਦੀ ਹੈ, ਇਸੇ ਮੋਹ ਦੇ ਨਾਲ ਦੂਜੇ ਦੇ ਬੱਚੇ ਨੂੰ ਆਪਣੀ ਛਾਤੀ ਨਾਲ ਲਾਣਾ। ਕਰੈਕਟ। ਈਰਖਾ ਹੈ ਕਿ ਜੋ ਦੂਸਰੇ ਕਰ ਰਹੇ ਨੇ ਉੱਥੇ ਮੇਰਾ ਹੀ ਨਾ ਆਉਣਾ ਚਾਹੀਦਾ, ਰਾਈਟ। ਜੇ ਕਾਰ ਦੀ ਗੱਲ ਹੋਈ ਹੈ, ਤੁਹਾਡੇ ਕੋਲ ਕਾਰ ਹੈ, ਮੇਰੇ ਕੋਲ ਕਾਰ ਕਿਉਂ ਨਹੀਂ ਹੈ? ਇੱਕ ਹਾਂਜੀ, ਇਹ ਸਾਰੇ ਇੰਟਰ ਰਿਲੇਟਿਡ ਨੇ। ਈਰਖਾਲੂ ਬੰਦਾ ਕ੍ਰੋਧ ਵੀ ਕਰੇਗਾ, ਈਰਖਾਲੂ ਬੰਦਾ ਡਿਸਕ੍ਰਿਮੀਨੇਸ਼ਨ ਵਿਤਕਰੇ ਵੀ ਕਰੇਗਾ। ਈਰਖਾਲੂ ਬੰਦਾ ਬੈਲੈਂਸ ਕਦੇ ਨਹੀਂ ਰਹੇਗਾ। ਈਰਖਾਲੂ ਬੰਦਾ ਕਰ ਬੈਠੋ ਵਿਸ਼ਰਾਮ ਦੀ ਅਵਸਥਾ 'ਚ ਕਦੇ ਨਹੀਂ ਆਏਗਾ। ਈਰਖਾਲੂ ਬੰਦਾ ਹੀ, ਜਿਤਨੇ ਇਹ ਗੁਰਦੁਆਰਿਆਂ ਦੇ ਤੁਸੀਂ ਝਗੜੇ ਦੇਖ ਰਹੇ ਹੋ ਔਰ ਪੋਲੀਟਿਕਸ ਦੀਆਂ ਉੱਚੀਆਂ ਕੁਰਸੀਆਂ ਦੇਖ ਰਹੇ ਹੋ, ਇਹ ਸਾਰੀਆਂ ਵਿਚਕਾਰ ਸਭ ਤੋਂ ਵੱਡੀ ਚੀਜ਼ ਈਰਖਾ ਹੀ ਕੰਮ ਕਰਦੀ ਹੈ। ਈਰਖਾ ਕਹਿੰਦੀ ਹੈ ਕਿ ਮੈਂ ਕੁਰਸੀ 'ਤੇ ਰਹਿਣਾ ਚਾਹੀਦਾ, ਇਹ ਕਿਉਂ ਹੈ, ਇਹਨੂੰ ਹਟਾਓ ਬਸ ਕਿਉਂਕਿ ਮੈਂ ਠੀਕ ਹਾਂ। ਈਰਖਾ ਹੀ ਕਹਿ ਰਹੀ ਹੈ ਮੈਂ ਪ੍ਰਧਾਨ ਬਣਨਾ ਚਾਹੀਦਾ, ਇਹ ਪ੍ਰਧਾਨ ਕਿਉਂ ਹੈ। ਸੋ ਈਰਖਾ ਵਾਲਾ ਕ੍ਰੋਧੀ ਵੀ ਹੁੰਦਾ, ਵਿਤਕਰਾ ਵੀ ਕਰਦਾ, ਝਗੜੇ ਵੀ ਕਰਦਾ, ਮੈਂ ਨਾ ਮਾਨੂੰ ਕਰਦਾ। ਔਰ ਮੈਂ ਅਮਰੀਕਾ ਆਪਣੀ ਬੱਚੀ ਨੂੰ ਸਟੇਸ਼ਨ ਛੋੜਨ ਜਾ ਰਿਹਾ ਸੀ, ਰਸਤੇ ਵਿੱਚ ਚਰਚ ਦੇ ਉੱਥੇ ਰੋਜ਼ ਮੈਸੇਜ ਬਦਲ ਜਾਂਦਾ ਤਾਂ ਮੈਂ ਮੈਸੇਜ ਜ਼ਰੂਰ ਪੜ੍ਹਦਾ। ਤਾਂ ਇੱਕ ਦਿਨ ਇਹ ਮੈਸੇਜ ਲਿਖਿਆ ਹੋਇਆ ਸੀ, ਡੋਂਟ ਪ੍ਰੈਕਟਿਸ ਲਾਈਕ ਦਿਸ ਦੈਟ ਦਾ ਹੋਲ ਵਰਲਡ ਸ਼ੁੱਡ ਗੋ ਅਕੋਰਡਿੰਗ ਟੂ ਯੂ। ਇਹ ਪ੍ਰੈਕਟਿਸ ਛੱਡ ਦੇ, ਇਹ ਭੁਲੇਖਾ ਛੱਡ ਦੇ। ਸੋ ਸਾਰੀ ਦੁਨੀਆ ਮੇਰੇ ਮੁਤਾਬਕ ਚੱਲਿਆ ਕਰੇ। ਇਹ ਈਰਖਾ ਵੀ ਪੈਦਾ ਕਰੇਗੀ, ਕ੍ਰੋਧ ਵੀ ਪੈਦਾ ਕਰੇਗੀ, ਡੋਮੀਨੇਸ਼ਨ ਵੀ ਸਿਖਾਏਗੀ, ਵਿਤਕਰੇ ਵੀ ਹੋਣਗੇ, ਰਾਈਟ। ਹੰਕਾਰ, ਸੈਲਫ ਐਸਟੀਮ ਬਣਾ ਲਈਏ ਨਾ ਕਿ ਭੈੜੀਆਂ ਗੱਲਾਂ ਕਰਨ। ਹਾਂਜੀ, ਲੇਕਿਨ ਆਪਣੀ ਉਸ ਨੂੰ ਟਰਾਂਸਫਾਰਮ ਕਰ ਰਹੀ ਹੈ ਕਿ ਕ੍ਰੋਧ ਕਰਨਾ ਮੈਨੂੰ ਫੱਬਦਾ ਨਹੀਂ ਹੈ, ਭੈੜੀਆਂ ਗਾਲਾਂ ਕੱਢਣਾ ਮੈਨੂੰ ਫੱਬਦਾ ਨਹੀਂ ਹੈ, ਪੁੱਤਰ ਕਹਿ ਕੇ ਮੁੰਡੇ ਵਾਲੇ ਬਣਨਾ ਮੈਨੂੰ ਫੱਬਦਾ ਨਹੀਂ ਹੈ, ਦਾਜ ਲੈਣਾ ਮੈਨੂੰ ਫੱਬਦਾ ਨਹੀਂ ਹੈ। ਜੇ ਮੈਂ ਕਿਸੇ ਦੀ ਨੂੰਹ ਬਣ ਗਈ ਹਾਂ ਤਾਂ ਲੜਨਾ ਸੱਸ ਦੇ ਨਾਲ ਮੈਨੂੰ ਫੱਬਦਾ ਨਹੀਂ ਹੈ। ਮੈਨੂੰ ਆਪਣੀ ਉਹਨਾਂ ਦੀ ਧੀ ਬਣ ਕੇ ਰਹਿਣਾ ਚਾਹੀਦਾ, ਉਹਨਾਂ ਨੂੰ ਆਪਣੀ ਮਾਂ ਸਮਝ ਕੇ ਸੇਵਾ ਕਰੇ। ਇਹਨੂੰ ਸੈਲਫ ਐਸਟੀਮ, ਆਪਣੇ ਆਪ ਨੂੰ ਉੱਚੇ ਕਰਦੇ ਜਾਣਾ। ਤਾਂ ਇਹਨੂੰ ਕਹਿੰਦੇ ਨੇ ਹਉਮੈ ਦੀਰਘ ਰੋਗ ਹੈ, दारू ਵੀ ਸਮਾਏ। ਇਹਦੇ ਅੰਦਰ ਹੀ ਇਲਾਜ ਹੈ
ਕਿਰਪਾ ਕਰੇ ਜੇ ਆਪਣੀ ਤਾਂ ਗੁਰੂ ਕਾ ਸ਼ਬਦ ਕਮਾਏ। ਗੁਰੂ ਦਾ ਸ਼ਬਦ ਕਮਾਵਾਂਗੇ ਹੋ ਮੈਂ ਗਈ, ਵਰਨਾ ਸਾਕਤ ਅਰ ਸਾਧਨ ਜਾਣਾ ਤਿਨ ਅੰਤਰ ਹੋ ਮੈਂ ਕੰਡਾ ਜੋ ਜੋ ਚਲੈ ਚੁਭੈ ਦੁੱਖ ਪਾਵੈ ਜਮਕਾਸ ਹੈ ਅਸੀਂ ਡੰਡਾ ਹੈ। ਸੋ ਇਸ ਤਰ੍ਹਾਂ ਕਾਮ ਕ੍ਰੋਧ ਓਂਕਾਰ ਦੀ ਜੇ ਅਸੀਂ ਐਕਸੈਸ ਸ਼ਰਾਬ ਪੀ ਜਾਈਏ ਔਰ ਚੰਗਾ ਕਰਨ ਦੀ ਬਜਾਏ ਭੈੜਾ ਕਰਨਾ ਸ਼ੁਰੂ ਕਰ ਦਈਏ ਤਾਂ ਸਾਰਾ ਸਮਾਜ ਖਰਾਬ ਹੋ ਜਾਂਦਾ ਹੈ। ਅੱਜ ਦਾ ਟੌਪਿਕ ਵੀ ਇਹੀ ਸੀ ਨਾ, ਹੈ ਨਾ, ਬੜਾ ਸਿੰਪਲ ਸੀ। ਲੇਕਿਨ ਆਪਣੀ ਆਪਣੀ ਮੈਂ ਕਿਹੜੀ ਸ਼ਰਾਬ ਪੀਂਦਾ ਹਾਂ ਇਹਦੇ ਬਾਰੇ ਸਮਝ ਹੋਣੀ ਚਾਹੀਦੀ ਆ। ਆਪਣੀ ਸ਼ਰਾਬ, ਆਪਣਾ ਸ਼ਰਾਬ ਦਾ ਗਲਾਸ, ਆਪਣੇ ਗਲਾਸ ਅੰਦਰ ਮੈਂ ਕਿਤਨੀ ਪਾਈ ਹੈ, ਕੀ ਪਾਈ ਹੈ, ਕਿਉਂ ਪੀਂਦਾ ਹਾਂ, ਕਿਤਨੀ ਚੜੀ ਹੋਈ ਹੈ। 100 ਕਾਰਡ ਸ਼ਰਾਬੀਏ ਦੇ ਤਾਂ ਰਾਤੀ ਪੀ ਕੇ ਸਵੇਰੇ ਉਤਰ ਜਾਂਦੀ ਹੈ। ਮੇਰੀ 24 ਘੰਟੇ 75 ਸਾਲਾਂ ਤੋਂ ਚੜੀ ਹੋਈ ਹੈ। ਮੈਂ ਆਪਣੀ ਸ਼ਰਾਬ ਤੋਂ ਕਿਵੇਂ ਛੁੱਟਾਂ? ਅੱਜ ਦਾ ਟੌਪਿਕ ਇਹੀ ਸੀ। ਥੈਂਕਸ। ਬਹੁਤ ਬਹੁਤ ਮਿਹਰਬਾਨੀ। ਵਾਹਿਗੁਰੂ ਜੀ ਕਾ ਖਾਲਸਾ ਜੀ।